वेरी गुड मॉर्निंग डियर स्टूडेंट्स ऑफ 10th क्लास। ਬੇਟਾ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਅਸੀਂ ਤੁਹਾਡੀ NTSC ਦੀ ਪ੍ਰੈਪਰੇਸ਼ਨ ਕਰਵਾ ਰਹੇ ਹਾਂ ਅਤੇ ਅੱਜ ਉਹਦੇ ਅੰਡਰ ਜਿਹੜੀ ਨੈਕਸਟ ਅਸਾਈਨਮੈਂਟ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ दैट इज़ योर कार्बन ਅਤੇ ਉਸ ਦੇ ਯੋਗਿਕ यानी कार्बन एंड इट्स कंपाउंड। वेरी इंपॉर्टेंट टॉपिक है और काफ़ी वास्ट टॉपिक है। सो डियर स्टूडेंट्स लेट अस डिस्कस दिस टॉपिक। माई सेल्फ अनुप्रीत अरोड़ा वर्किंग एज अ साइंस टीचर इन गवर्नमेंट गर्ल्स हाई स्कूल गांधीनगर जलंधर। सो बेटा चलो जी डिस्कशन करते हैं अपनी शुरू। ਸਕਰੀਨ ਤੁਹਾਨੂੰ ਵਿਜ਼ੀਬਲ ਹੋਣੀ ਹੈ ਸਾਰਿਆਂ ਨੂੰ ਕਿ NTSC ਅਸਾਈਨਮੈਂਟ ਕਾਰਬਨ ਅਤੇ ਉਸ ਦੇ ਯੋਗਿਕ ਨੂੰ ਡਿਸਕਸ਼ਨ ਆਪਾਂ ਇਹਦੀ ਕਰਨ ਜਾ ਰਹੇ ਹਾਂ। ਮੁੱਢਲੀ ਜਾਣਕਾਰੀ ਇਹੀ ਹੈ ਕਿ ਹਾਈਡਰੋਜਨ ਨੂੰ ਛੱਡ ਕੇ ਕਾਰਬਨ ਜ਼ਿਆਦਾ ਸੰਖਿਆ ਵਿੱਚ ਆਪਣੇ ਯੋਗਿਕ ਬਣਾਉਂਦਾ ਹੈ। ਧਰਤੀ ਦੀ ਪੇਪੜੀ ਜਿਵੇਂ ਕਿ ਕਾਰਬੋਨੇਟ, ਹਾਈਡਰੋਜਨ ਕਾਰਬੋਨੇਟ, ਕੋਲਾ ਅਤੇ ਪੈਟਰੋਲੀਅਮ ਦੇ ਰੂਪ ਵਿੱਚ ਸਾਨੂੰ 0.02% ਕਾਰਬਨ ਮੌਜੂਦ ਹੁੰਦਾ ਹੈ। ਤੁਸੀਂ ਇਹ ਪਰਸੈਂਟੇਜ ਨੋਟ ਕਰ ਲੈਣੀ ਹੈ। ਵਾਯੂਮੰਡਲ ਵਿੱਚ ਜੇ ਮੈਂ ਗੱਲ ਕਰਾਂ ਤਾਂ ਕਾਰਬਨ ਡਾਈਆਕਸਾਈਡ ਦੇ ਰੂਪ 'ਚ ਸਾਨੂੰ ਕਾਰਬਨ ਮਿਲਦਾ ਹੈ ਦੈਟ ਇਜ਼ CO2 ਔਰ ਉਹਦੇ ਵਿੱਚ ਇਹਦੀ ਜਿਹੜੀ ਪਰਸੈਂਟੇਜ ਹੈ ਦੈਟ ਇਜ਼ 0.03%। ਸਾਰੀਆਂ ਸਜੀਵ ਰਚਨਾਵਾਂ ਵੀ ਕਾਰਬਨ 'ਤੇ ਆਧਾਰਿਤ ਹਨ ਹੈ ਨਾ, ਕਿਉਂਕਿ ਸਾਨੂੰ ਇਹ ਪਤਾ ਹੈ ਕਿ ਵੀ ਆਲ ਆਰ ਦਾ ਬੋਡੀ ਬੇਸਿਕਲੀ ਜਿਹੜੀਆਂ ਸਾਡੀਆਂ ਹੈ ਕਾਰਬਨ ਤੋਂ ਹੀ ਬਣੀਆਂ ਹੈ। ਸਾਰੀਆਂ ਜਿਹੜੇ ਕਾਰਬਨ ਹਾਈਡਰੋਜਨ ਨਾਲ ਮਿਲ ਕੇ ਸਭ ਤੋਂ ਵੱਧ ਯੋਗਿਕ ਬਣਾਉਂਦੇ ਹਨ ਉਹਨੂੰ ਆਪਾਂ ਹਾਈਡਰੋਕਾਰਬਨਸ ਕਹਿੰਦੇ ਹਾਂ। ਕਿ ਜਦੋਂ ਕਾਰਬਨ ਅਤੇ ਹਾਈਡਰੋਜਨ ਦੋਨਾਂ ਦੇ ਯੋਗਿਕ ਬਣ ਜਾਂਦੇ ਨੇ ਯਾਨੀ ਦੋਨੋਂ ਮਿਲ ਜਾਂਦੇ ਨੇ ਤਾਂ ਉਹਨਾਂ ਨੂੰ ਆਪਾਂ ਹਾਈਡਰੋਕਾਰਬਨਸ ਕਹਿੰਦੇ ਹਾਂ। ਜਿਹੜੇ ਯੋਗਿਕ ਹਾਈਡਰੋਕਾਰਬਨ ਬਣਾਉਂਦੇ ਹਨ ਉਹਨਾਂ ਨੂੰ ਆਪਾਂ ਜੈਵਿਕ ਯੋਗੀ ਯਾਨੀ ਕਿ ਔਰਗੈਨਿਕ ਕੰਪਾਊਂਡਸ ਵੀ ਕਹਿੰਦੇ ਹਾਂ। ਔਰ ਇਹਦੀ ਬਹੁਤ ਵਾਸਟ ਹਿਸਟਰੀ ਹੈ ਔਰਗੈਨਿਕ ਕੰਪਾਊਂਡਸ ਦੀ। ਸਭ ਤੋਂ ਪਹਿਲੇ ਮੈਂ ਗੱਲ ਕਰਾਂਗੀ ਕਿ ਕਾਰਬਨ ਕਿਸ ਤਰ੍ਹਾਂ ਦੇ ਬੌਂਡ ਬਣਾਉਂਦਾ ਹੈ। ਤਾਂ ਬੇਟਾ ਜੀ ਕਾਰਬਨ ਸਹਿ ਸੰਯੋਜਨ ਬੰਧਨ ਬਣਾਉਂਦਾ ਹੈ ਜਿਹਨੂੰ ਅਸੀਂ ਕੋਵਲੈਂਟ ਬੌਂਡ ਕਹਿੰਦੇ ਹਾਂ। ਕੋਵਲੈਂਟ ਬੌਂਡ ਕੀ ਹੁੰਦਾ ਜੀ? ਕੋਵਲੈਂਟ ਬੌਂਡ ਬਣਦਾ ਜੀ ਸ਼ੇਅਰਿੰਗ ਦੇ ਨਾਲ। ਤੁਹਾਨੂੰ ਇਹ ਪਤਾ ਹੈ ਕਿ ਸਾਰੇ ਕਿ ਜਿਹੜੀ ਕਾਰਬਨ ਹੈ ਉਸਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 2 4 ਹੈ ਅਤੇ 4 ਇਲੈਕਟ੍ਰੋਨ ਨੂੰ ਲੂਜ਼ ਕਰਕੇ C4 ਪੋਜ਼ੀਟਿਵ ਬਣਾਉਣਾ ਜਾਂ 4 ਇਲੈਕਟ੍ਰੋਨ ਨੂੰ ਗੇਨ ਕਰਕੇ C4 ਨੈਗੇਟਿਵ ਬਣਾਉਣਾ ਪੋਸੀਬਲ ਨਹੀਂ ਹੈ, ਨੋਟ ਪੋਸੀਬਲ। ਇਸ ਲਈ ਕਾਰਬਨ ਕੀ ਕਰਦਾ ਜੀ? ਇਸ ਲਈ ਕਾਰਬਨ ਸ਼ੇਅਰਿੰਗ ਕਰਦਾ ਜੇ ਔਰ ਸ਼ੇਅਰਿੰਗ ਕਰਕੇ ਜਿਹੜਾ ਬੰਧਨ ਬਣਦਾ ਉਹਨੂੰ ਕਹਿੰਦੇ ਆ ਸਹਿ ਸੰਯੋਜਨ ਬੰਧਨ। ਆਇਨਿਕ ਬੰਧਨ ਬਣਾਉਣ ਦੌਰਾਨ ਪਰਮਾਣੂ ਇੱਕ ਦੂਜੇ ਪਰਮਾਣੂ ਤੋਂ ਇੱਕ ਜਾਂ ਵਧੇਰੇ ਇਲੈਕਟ੍ਰੋਨ ਦੇ ਸਾਂਝ ਕਰਦੇ ਹਨ ਅਤੇ ਨੋਬਲ ਗੈਸ ਦੀ ਇਲੈਕਟ੍ਰੋਨਿਕ ਤਰਤੀਬ ਨੂੰ ਪ੍ਰਾਪਤ ਕਰਦੇ ਹਨ। ਜਿਨ੍ਹਾਂ ਇਲੈਕਟ੍ਰੋਨ ਨੂੰ ਸਾਂਝਾ ਕੀਤਾ ਜਾਵੇ ਉਹ ਦੋਵੇਂ ਪਰਮਾਣੂਆਂ ਦੇ ਬਾਹਰੀ ਸ਼ੈਲ ਦੇ ਹੁੰਦੇ ਹਨ। ਸਹਿ ਸੰਯੋਜਨ ਬੰਧਨ ਕੇਵਲ ਧਾਤਵੀ ਪਰਮਾਣੂ ਅਤੇ ਅਧਾਤਵੀ ਪਰਮਾਣੂ ਵਿਚਕਾਰ ਬਣਦਾ ਹੈ। ਧਾਤਵੀ ਪਰਮਾਣੂ ਸਹਿ ਸੰਯੋਜਨ ਬੰਧਨ ਠੀਕ ਹੈ, ਅਤੇ ਅਧਾਤਵੀ ਪਰਮਾਣੂ ਠੀਕ ਹੈ ਜੀ। ਧਾਤਵੀ ਪਰਮਾਣੂ ਇਲੈਕਟ੍ਰੋਨ ਨੂੰ ਗੁਆਉਣ ਲਈ ਅਤੇ ਅਧਾਤਵੀ ਪਰਮਾਣੂ ਇਲੈਕਟ੍ਰੋਨ ਨੂੰ ਪ੍ਰਾਪਤ ਕਰਨ ਲਈ ਤਿਆਰ ਹੁੰਦੇ ਹਨ। ਸਹਿ ਸੰਯੋਜਨ ਬੰਧਨ ਇੱਕ ਆਕਰਸ਼ਕ ਬਲ ਹੈ ਜਿਹੜਾ ਕਿ ਦੋ ਪਰਮਾਣੂਆਂ ਵਿਚਕਾਰ ਇਲੈਕਟ੍ਰੋਨਾਂ ਦੇ ਆਪਸੀ ਸਾਂਝ ਨਾਲ ਪੈਦਾ ਹੁੰਦਾ ਜੀ। ਇਹ ਜਿਹੜੀ ਗੱਲ ਆਪਾਂ ਕੀਤੀ ਸੀ ਇਹ ਆਇਨਿਕ ਬੰਧਨ ਦੀ ਕੀਤੀ ਸੀ ਯਾਨੀ ਆਇਨਿਕ ਬੌਂਡ ਦੀ। ਆਇਨਿਕ ਬੌਂਡ ਕਿੱਦਾਂ ਬੇਟਾ ਜੀ? ਜਿੱਦਾਂ NaCl 'ਚ ਬਣਦਾ। Na 'ਚ ਕੀ ਹੁੰਦਾ ਜੀ? ਆਪਣਾ ਇੱਕ ਇਲੈਕਟ੍ਰੋਨ ਕਿਹਨੂੰ ਦੇ ਦਿੰਦਾ? Cl ਨੂੰ, ਔਰ ਇਹਦੀ ਵੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਪੂਰੀ ਹੋ ਜਾਂਦੀ ਹੈ ਔਰ Cl ਦੀ ਵੀ ਹੋ ਜਾਂਦੀ ਹੈ ਠੀਕ ਹੈ ਜੀ। ਔਰ ਦੇਅਰ ਇਜ਼ ਅ ਫਾਰਮੇਸ਼ਨ ਆਫ ਅ ਬੌਂਡ ਜਿਹਨੂੰ ਆਪਾਂ ਆਇਨਿਕ ਬੰਧਨ ਕਹਿੰਦੇ ਹਾਂ। ਪਰ ਜੇ ਮੈਂ ਸਹਿ ਸੰਯੋਜਨ ਬੰਧਨ ਦੀ ਗੱਲ ਕਰਾਂ ਤੇ ਉੱਥੇ ਜੀ ਸਾਂਝੇ ਤੌਰ 'ਤੇ ਇੱਕ ਸ਼ੇਅਰਿੰਗ ਦੇ ਨਾਲ ਬੌਂਡ ਬਣਦਾ ਹੈ। ਕਿਹਦੇ ਨਾਲ ਬਣਦਾ ਜੀ? ਸ਼ੇਅਰਿੰਗ ਦੇ ਨਾਲ ਠੀਕ ਹੈ ਜੀ। ਹੁਣ ਦੇਖੋ ਇਹਦੀਆਂ ਟਾਈਪਸ ਹੈ ਬੇਟਾ ਜੀ ਸਹਿ ਸੰਯੋਜਨ ਬੰਧਨ ਦੀਆਂ। ਇੱਕ ਹੈਰਾ ਬੰਧਨ, ਦੋਹਰਾ ਬੰਧਨ ਅਤੇ ਤੇਹਰਾ ਬੰਧਨ। ਸਭ ਤੋਂ ਪਹਿਲੇ ਮੈਂ ਗੱਲ ਕਰਾਂਗੀ ਇੱਕ ਹੈਰਾ ਬੰਧਨ ਦੀ। ਇਹਦੇ ਕੀ ਹੈ ਜੀ? ਹਾਈਡਰੋਜਨ ਦੇ ਪਰਮਾਣੂ ਦੇ K ਸ਼ੈਲ ਵਿੱਚ ਇੱਕ ਇਲੈਕਟ੍ਰੋਨ ਹੁੰਦਾ ਹੈ ਅਤੇ K ਸ਼ੈਲ ਨੂੰ ਪੂਰਾ ਭਰਨ ਲਈ ਇਸ ਨੂੰ ਇੱਕ ਇਲੈਕਟ੍ਰੋਨ ਦੀ ਲੋੜ ਹੁੰਦੀ ਹੈ। ਇਸ ਲਈ ਹਾਈਡਰੋਜਨ ਦੇ ਦੋ ਪਰਮਾਣੂ ਆਪਣੇ ਇਲੈਕਟ੍ਰੋਨ ਸਾਂਝੇ ਤੌਰ 'ਤੇ ਕਰਕੇ ਕਿਹੜਾ ਅਣੂ ਬਣਾਉਂਦੇ ਆ ਜੀ? H2 ਅਣੂ ਬਣਾਉਂਦੇ ਨੇ। ਸਿੱਟੇ ਵਜੋਂ ਹਾਈਡਰੋਜਨ ਦਾ ਇੱਕ ਅਣੂ ਆਪਣੇ ਨੇੜੇ ਦੀ ਨੋਬਲ ਗੈਸ ਹੀਲੀਅਮ ਦੀ ਇਲੈਕਟ੍ਰੋਨਿਕ ਤਰਤੀਬ ਪ੍ਰਾਪਤ ਕਰ ਲੈਂਦਾ ਹੈ ਬੇਟਾ ਜੀ। ਕਿਉਂਕਿ ਦੋਵੇਂ ਹਾਈਡਰੋਜਨ ਪਰਮਾਣੂਆਂ ਵਿਚਕਾਰ ਇੱਕ ਇਲੈਕਟ੍ਰੋਨ ਸਾਂਝਾ ਕੀਤਾ ਗਿਆ ਇਸ ਲਈ H2 ਵਿਚਕਾਰ ਇੱਕ ਬੰਧਨ ਅਖਵਾਉਂਦਾ ਹੈ। ਸੰਯੋਜਨ ਇਲੈਕਟ੍ਰੋਨ ਦਰਸਾਉਣ ਲਈ ਅਸੀਂ ਬਿੰਦੀਆਂ ਦਾ ਜਾਂ ਕ੍ਰੋਸਾਂ ਦੀ ਵਰਤੋਂ ਕਰਦੇ ਹਾਂ ਬੇਟਾ ਜੀ। ਇਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਥੇ ਦੱਸ ਦੇਣੀ ਹੈ, ਤੁਹਾਡੀ ਬੁੱਕ ਦੀ ਕਟਿੰਗ ਲਾਈ ਗਈ ਹੈ। ਆ ਦੇਖੋ ਜੀ ਹਾਈਡਰੋਜਨ ਦੇ ਬਾਹਰਲੇ ਸ਼ੈਲ 'ਚ ਕਿੰਨਾ ਇਲੈਕਟ੍ਰੋਨ ਸੀ? ਇੱਕ। ਦੂਜੇ ਹਾਈਡਰੋਜਨ ਦੇ ਬਾਹਰਲੇ ਸ਼ੈਲ 'ਚ ਕਿੰਨੇ ਸੀ? ਇੱਕ ਇਲੈਕਟ੍ਰੋਨ। ਦੋਨਾਂ ਨੇ ਕੀ ਕੀਤਾ ਜੀ? ਸਾਂਝ ਕਰ ਲਈ ਔਰ ਅਲਟੀਮੇਟਲੀ ਉਹਨਾਂ ਦੋਨੋਂ ਸੈਟਿਸਫਾਈ ਹੋ ਗਏ। ਤੁਸੀਂ ਬਣਾਉਣਾ ਕਿੱਦਾਂ ਇਹਨੂੰ ਜੀ? ਜਿੱਦਾਂ ਹਾਈਡਰੋਜਨ ਹੈ, ਜੇ ਤੁਹਾਨੂੰ ਕਨਫਿਊਜ਼ਨ ਹੈ ਨਾ
ਇੱਕ ਦੇ ਨੂੰ ਕ੍ਰੋਸ ਨਾ ਬਣਾ ਲਓ, ਇੱਕ ਦੇ ਨੂੰ ਡਾਟ ਨਾ। ਆ ਦੇਖੋ ਜੀ, ਇਹਦੇ ਵੀ 2 ਸੈਟਿਸਫਾਈ ਹੋ ਗਏ, ਇਹਦੇ ਵੀ 2 ਸੈਟਿਸਫਾਈ ਹੋ ਗਏ। ਜਿਹੜੀ ਗੱਲ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦੀ ਹਾਂ ਬੇਟਾ ਜੀ, ਉਹ ਬੇਸਿਕਲੀ ਇਹ ਦੱਸਣਾ ਚਾਹੁੰਦੀ ਹਾਂ ਕਿ 2 ਇਲੈਕਟ੍ਰੋਨ ਇੱਕ ਬੌਂਡ ਦੇ ਬਰਾਬਰ ਹੁੰਦਾ ਹੈ। 2 ਇਲੈਕਟ੍ਰੋਨ ਕਿਹਦੇ ਬਰਾਬਰ ਹੁੰਦਾ ਹੈ? ਇੱਕ ਬੌਂਡ ਦੇ। ਯਾਨੀ ਕਿ ਅਗਰ ਇਹਨਾਂ ਵਿੱਚ 2 ਇਲੈਕਟ੍ਰੋਨ ਹੈ ਤਾਂ ਇਹਨਾਂ 'ਚ ਕਿਹੜਾ ਬੌਂਡ ਬਣੇਗਾ? ਸਿੰਗਲ ਕੋਵਲੈਂਟ ਬੌਂਡ, ਜਿਹਨੂੰ ਆਪਾਂ ਕੀ ਕਹਿੰਦੇ ਆ? ਇੱਕ ਹੈਰਾ ਸਹਿ ਸੰਯੋਜਨ ਬੰਧਨ। ਬੇਟਾ ਜੀ ਇਹ ਵੈਰੀ ਇੰਪੋਰਟੈਂਟ ਥਿੰਗ ਹੈ। ਕਿਉਂ? ਕਿਉਂਕਿ ਜੇ ਤੁਹਾਨੂੰ ਪੇਪਰ 'ਚ ਆ ਸਕਦਾ ਹੈ, ਜਿੱਦਾਂ MCQs ਆਰ ਵੈਰੀ ਇੰਪੋਰਟੈਂਟ ਇਨ ਦਿਸ ਸੈਂਸ, ਤਾਂ MCQs ਆ ਸਕਦੇ ਆ ਤੁਹਾਨੂੰ ਕਿ ਹਾਊ ਮੈਨੀ ਇਲੈਕਟ੍ਰੋਨਸ ਆਰ ਰਿਸਪੋਂਸਿਬਲ ਫॉर ਮੇਕਿੰਗ 1 ਬੌਂਡ ਤੇ 2। ਇਹਦਾ ਮਤਲਬ ਜੇ 4 ਇਲੈਕਟ੍ਰੋਨ ਹੋਣਗੇ ਤਾਂ 2 ਬੌਂਡ ਬਣਨਗੇ, ਜੇ 6 ਇਲੈਕਟ੍ਰੋਨ ਹੋਣਗੇ ਤਾਂ 3 ਬੌਂਡ ਬਣਨਗੇ। ਉਹਦੀ ਹੀ ਕੁਛ ਉਦਾਹਰਨ ਇਹ ਦਿੱਤੀ ਗਈ ਹੈ ਤੁਹਾਨੂੰ। ਆਕਸੀਜਨ ਅਣੂ ਬਣਾਉਣ ਲਈ ਆਕਸੀਜਨ ਦੇ 2 ਪਰਮਾਣੂ ਆਪਸ ਵਿੱਚ 2 ਇਲੈਕਟ੍ਰੋਨ ਨੂੰ ਸਾਂਝਾ ਕਰਦੇ ਹਨ ਅਤੇ 2 ਪਰਮਾਣੂਆਂ ਵਿਚਕਾਰ ਦੂਸਰਾ ਬੰਧਨ ਬਣਾਉਂਦੇ ਹਨ। ਜਿੱਦਾਂ ਦੇਖੋ ਜੀ, ਆਕਸੀਜਨ ਹੈ ਨਾ, ਆਕਸੀਜਨ ਨੇ ਕੀ ਕੀਤਾ ਜੀ? ਆਕਸੀਜਨ ਨੇ ਆ ਬਾਹਰਲੇ ਨਹੀਂ ਪਾਰਟੀਸਪੇਟ ਕੀਤੇ, ਜਦੋਂ ਆ ਕੀਤੇ ਜੀ 2 ਕੀ ਕੀਤੇ ਜੀ? ਸ਼ੇਅਰ ਕਰ ਲਏ ਔਰ 2 ਇਸ ਆਕਸੀਜਨ ਦੇ ਲੈ ਲਏ ਔਰ ਕਿਹੜਾ ਬੌਂਡ ਬਣ ਗਿਆ? ਡਬਲ ਬੌਂਡ। ਕਿਹੜਾ ਬਣ ਗਿਆ? ਡਬਲ ਬੌਂਡ। ਮਤਲਬ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਸੀ? ਗਿਣੋ ਜੀ, 1 2 3 4। ਜੇ ਨੰਬਰ ਆਫ ਇਲੈਕਟ੍ਰੋਨਸ 4 ਸੀ ਤਾਂ ਬੌਂਡ ਕਿੰਨੇ ਬਣੇ? 2। ਔਰ ਇਹਨੂੰ ਆਪਾਂ ਕੀ ਕਹਿੰਦੇ ਆ ਜੀ? ਡਬਲ ਕੋਵਲੈਂਟ ਬੌਂਡ। ਕਿਹੜੀ ਬੌਂਡ ਦੀ ਫਾਰਮੇਸ਼ਨ ਹੋਈ? ਡਬਲ ਕੋਵਲੈਂਟ ਬੌਂਡ ਦੀ। ਠੀਕ ਹੈ ਜੀ। ਅੱਗੇ ਸਿਮਿਲਰਲੀ ਟ੍ਰਿਪਲ ਕੋਵਲੈਂਟ ਬੌਂਡ ਦੀ ਫਾਰਮੇਸ਼ਨ ਹੋਈ ਹੈ। ਦੈਟ ਇਜ਼ N2 ਅਣੂ ਬਣਾਉਣ ਲਈ ਨਾਈਟ੍ਰੋਜਨ 2 5 ਦੇ 2 ਪਰਮਾਣੂ ਆਪਸ ਵਿੱਚ 3 ਇਲੈਕਟ੍ਰੋਨ ਜਿਹੜੇ ਹੈ ਸਾਂਝਾ ਕਰਦੇ ਆ। 2 ਪਰਮਾਣੂਆਂ ਵਿਚਕਾਰ ਤੀਸਰੇ ਬੰਧਨ ਬਣਦਾ ਹੈ। ਠੀਕ ਹੈ ਜੀ। ਦਿਸ ਇਜ਼ ਆ ਦੇਖੋ, ਨਾਈਟ੍ਰੋਜਨ ਹੁੰਦਾ ਜੀ 7 2 5, ਠੀਕ ਹੈ, 3 2 5, ਠੀਕ ਹੈ ਜੀ। 5 ਇਲੈਕਟ੍ਰੋਨ ਆਪਾਂ ਵੈਲੈਂਸ ਸ਼ੈਲ ਨੂੰ ਤਾਂ ਛੇੜਨਾ ਹੀ ਨਹੀਂ, ਬਾਹਰਲੇ ਸ਼ੈਲ ਵਾਲੇ ਸਿਰਫ ਇਲੈਕਟ੍ਰੋਨ ਲਿਖਣੇ ਆ। ਲਿਖ ਲਏ ਜੀ 5, ਠੀਕ ਹੈ ਜੀ। 5 ਇਲੈਕਟ੍ਰੋਨ ਅਸੀਂ ਲਿਖ ਲਏ। ਦੇਖੋ ਜੀ, ਹੁਣ ਇਹ 3 ਨੇ ਆਪਸ 'ਚ ਸ਼ੇਅਰਿੰਗ ਕਰ ਲਈ, ਇਹਦਾ ਮਤਲਬ ਕਿੰਨੇ ਬੌਂਡ ਬਣ ਗਏ ਜੀ? 6 ਇਲੈਕਟ੍ਰੋਨ ਹੈ ਤੇ ਕਿੰਨੇ ਬੌਂਡ ਬਣ ਗਏ? 3। ਇਹਨੂੰ ਆਪਾਂ ਕਹਿੰਦੇ ਜੀ ਟ੍ਰਿਪਲ ਕੋਵਲੈਂਟ ਬੌਂਡ। ਕਿਹੜਾ ਬੌਂਡ ਕਹਿੰਦੇ ਆ ਜੀ? ਟ੍ਰਿਪਲ ਕੋਵਲੈਂਟ ਬੌਂਡ। ਸੋ ਡੀਅਰ ਸਟੂਡੈਂਟ, ਥੀਸ ਆਰ ਦਾ ਥਿੰਗਸ ਜਿਹੜੀਆਂ ਕਿ ਬਹੁਤ ਇੰਪੋਰਟੈਂਟ ਹੈ, ਜਿਹੜੀਆਂ ਤੁਹਾਨੂੰ ਕਰਨੀਆਂ ਪੈਣਗੀਆਂ ਫॉर ਪੇਪਰ। ਅੱਗੇ ਆਪਾਂ ਗੱਲ ਕਰ ਰਹੇ ਹਾਂ CH4 ਦਾ ਗਠਨ, ਜਿਹਨੂੰ ਆਪਾਂ ਕਹਿੰਦੇ ਜੀ ਮੀਥੇਨ। ਕਾਰਬਨ ਦੀ ਇਲੈਕਟ੍ਰੋਨਿਕ ਤਰਤੀਬ ਕਿੰਨੀ ਹੈ ਜੀ? 2 4 ਅਤੇ ਕਾਰਬਨ 4 ਸੰਯੋਜਕ ਬੰਧਨ ਹੈ, ਕਿਉਂਕਿ ਇਸ ਵਿੱਚ 4 ਸਹਿ ਸੰਯੋਜਕ ਇਲੈਕਟ੍ਰੋਨ ਹੁੰਦੇ ਨੇ। ਨੋਬਲ ਗੈਸ ਇਲੈਕਟ੍ਰੋਨ ਤਰਤੀਬ ਪ੍ਰਾਪਤ ਕਰਨ ਲਈ ਇਹਨੂੰ ਇਲੈਕਟ੍ਰੋਨ ਨੂੰ ਸਾਂਝ ਦੇ ਹਾਈਡਰੋਜਨ ਦੇ 4 ਪਰਮਾਣੂਆਂ ਨਾਲ ਕਰਦਾ ਹੈ। ਦੇਖੋ ਜੀ, ਦਿਸ ਇਜ਼ ਮੀਥੇਨ। ਠੀਕ ਹੈ, ਕਿੱਦਾਂ? ਹੁਣ ਦੇਖੋ ਜੀ, ਕਾਰਬਨ ਸਾਡੇ ਕੋਲ ਕਿੰਨੇ ਆ? ਕਾਰਬਨ ਸਾਡੇ ਕੋਲ ਹੈਗੇ 2 4। ਹਾਈਡਰੋਜਨ ਕੋਲ ਕਿੰਨਾ ਹੈ? 1 ਇਲੈਕਟ੍ਰੋਨ। ਜੇ ਮੈਂ ਕਾਰਬਨ ਦੇ ਚਾਰੋਂ ਇਲੈਕਟ੍ਰੋਨਸ ਨੂੰ ਸੈਟੀਸਫਾਈ ਕਰਦੀ ਹਾਂ ਤਾਂ ਮੈਨੂੰ ਕਿੰਨੇ ਹਾਈਡਰੋਜਨ ਨਾਲ ਲਾਣੇ ਪੈਂਦੇ ਨੇ? 4। ਕਿੰਨੇ ਹਾਈਡਰੋਜਨ ਨਾਲ ਲਾਣੇ ਪੈਂਦੇ ਨੇ? 4। ਹੁਣ ਦੇਖੋ, ਜਦੋਂ ਮੈਂ 4 ਹਾਈਡਰੋਜਨ ਲਾਏ ਤਾਂ ਹਾਈਡਰੋਜਨ ਦੀ ਵੈਲੈਂਸੀ ਜਿਹੜੀ 2 ਹੈ ਉਹ ਬਿਲਕੁਲ ਪੂਰੀ ਹੋ ਗਈ। ਠੀਕ ਹੈ ਜੀ, ਬਿਲਕੁਲ ਪੂਰੀ ਹੋ ਗਈ। ਤੇ ਜਿਹੜੇ ਕਾਰਬਨ ਦੀ 8 ਹੈ ਉਹ ਵੀ ਬਿਲਕੁਲ ਪੂਰੀ ਹੋ ਗਈ ਜੀ। ਇਹਦਾ ਮਤਲਬ देयर इज अ फॉर्मेशन ऑफ मीथेन, देयर इज अ फॉर्मेशन ऑफ मीथेन। ठीक है जी। ਸਹਿ ਸੰਯੋਜਨ ਬੰਧਨ ਵਾਲੇ ਅਣੂਆਂ ਅੰਦਰ ਮਜ਼ਬੂਤ ਬੰਧਨ ਹੁੰਦੇ ਹਨ, ਪਰੰਤੂ ਇਹਨਾਂ ਦੇ ਅਣੂਆਂ ਵਿਚਕਾਰ ਬਲ ਬਹੁਤ ਮੱਧਮ ਹੁੰਦਾ ਹੈ। ਇਸ ਦੇ ਫਲਸਰੂਪ ਇਹਨਾਂ ਯੋਗਿਕਾਂ ਦਾ ਪਿਘਲਨ ਅਤੇ ਅੰਕ ਅਤੇ ਉਬਾਲ ਅੰਕ ਨੀਵੇਂ ਹੁੰਦੇ ਹਨ, ਜਦਕਿ ਬੇਟਾ ਜੀ ਆਇਨਿਕ ਦਾ ਪਿਘਲਨ ਤੇ ਉਬਾਲ ਅੰਕ ਉੱਪਰ ਹੁੰਦਾ ਹੈ। ਠੀਕ ਹੈ, ਕਿਉਂਕਿ ਪਰਮਾਣੂ ਵਿਚਕਾਰ ਇਲੈਕਟ੍ਰੋਨ ਦੀ ਸਾਂਝ ਹੈ, ਚਾਰਜਿਤ ਕਣ ਨਹੀਂ ਉਤਪੰਨ ਹੁੰਦੇ, ਇਸ ਲਈ ਸਹਿ ਸੰਯੋਜਕ ਬਿਜਲੀ ਦੇ ਕੁਚਾਲਕ ਵੀ ਹੁੰਦੇ ਨੇ। ਕੁਐਸਚਨ ਆ ਸਕਦਾ MCQs ਪੁਆਇੰਟ ਆਫ ਵਿਊ ਨਾਲ ਕਿ ਸਹਿ ਸੰਯੋਜਕ ਬੰਧਨ ਜਿਹੜੇ ਬਿਜਲੀ ਦੇ ਕੀ ਹੁੰਦੇ ਨੇ? ਕੁਚਾਲਕ ਹੁੰਦੇ ਨੇ। ਤੇ ਇਸ ਦੇ ਫਲਸਰੂਪ ਜਿਹੜਾ ਪਿਘਲਨ ਅੰਕ ਤੇ ਉਬਾਲ ਅੰਕ ਇਹਨਾਂ ਦੇ ਯਾਨੀ ਕਿ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਕੀ ਹੁੰਦੇ ਨੇ? ਲੋ ਹੁੰਦੇ ਨੇ। ਠੀਕ ਹੈ ਜੀ, ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ ਕੀ ਹੁੰਦੇ ਨੇ? ਲੋ ਹੁੰਦੇ ਨੇ। ਚਲੋ ਜੀ, ਅੱਗੇ ਆਪਾਂ ਕਾਰਬਨ ਦੇ 3 ਰੂਪ ਦੀ ਗੱਲ ਕਰਾਂਗੇ। ਵੈਰੀ ਇੰਪੋਰਟੈਂਟ ਹੈ ਜੀ। ਮੈਂ ਤੁਹਾਨੂੰ ਓਵਰਵਿਊ ਦੇ ਰਿਹਾ ਚੈਪਟਰ ਦਾ, ਡਿਟੇਲਸ ਤੁਸੀਂ ਆਪਣੀ ਬੁੱਕ ਤੋਂ ਵੀ ਲੈ ਸਕਦੇ ਹੋ ਜੀ। ਕਾਰਬਨ ਦੇ 3 ਰੂਪ ਹੁੰਦੇ ਆ ਜੀ ਬੇਟਾ ਜੀ, ਗ੍ਰੇਫਾਈਟ, ਹੀਰਾ ਤੇ C60, ਜਿਹਨੂੰ ਆਪਾਂ ਬਕਮੈਨਸਟਰ ਫਲੋਰੀਨ ਵੀ ਕਹਿੰਦੇ ਆ। ਗ੍ਰੇਫਾਈਟ ਬੇਸਿਕਲੀ ਤੁਹਾਨੂੰ ਪੈਨਸਿਲ ਦੀ ਲੈਡਸ ਤੇ ਮਿਲਦਾ ਹੈ। ਜੇ ਮੈਂ ਡਾਇਮੰਡ ਦੀ ਗੱਲ ਕਰਾਂ ਤਾਂ ਡਾਇਮੰਡ ਆਪਾਂ ਕੀ ਕਹਿੰਦੇ ਆ ਜੀ? ਦਾ ਹਾਰਡੈਸਟ ਨੋਨ ਔਨ ਸਬਸਟੈਂਸ। ਤੇ ਜੇ ਮੈਂ ਬਕਮੈਨਸਟਰ ਫਲੋਰੀਨ ਦੀ ਗੱਲ ਕਰਾਂ ਤੇ ਇਹ 'ਚ ਪੁੱਛਿਆ ਜਾਂਦਾ ਕਿ ਕਿੰਨੇ ਕਾਰਬਨ ਮਿਲ ਕੇ ਇਹ ਬਣਾਉਂਦੇ ਨੇ? 60 ਕਾਰਬਨ। ਤੇ ਇਹਦੀ ਸ਼ੇਪ ਕਿਹੋ ਜਿਹੀ ਹੁੰਦੀ ਹੈ ਜੀ? ਸਭ ਤੋਂ ਵੱਡੀ ਗੱਲ, ਇਹਦੀ ਸ਼ੇਪ ਕਿਹੋ ਜਿਹੀ ਹੁੰਦੀ ਜੀ? ਫੁੱਟਬਾਲ ਵਰਗੀ। ਚਲੋ ਜੀ, ਕਾਰਬਨ ਦੇ ਅੱਗੇ ਕੀ ਕਰਦੇ ਆ? ਬਹੁਮੁਖੀ ਪ੍ਰਕਿਰਤੀ
ਲੜੀਬੱਧ ਕਾਰਬਨ ਵਿੱਚ ਕਾਰਬਨ ਦੇ ਹੀ ਹੋਰ ਪਰਮਾਣੂਆਂ ਨਾਲ ਬੰਧਨ ਬਣਾਉਣ ਦੀ ਵਿਚਿੱਤਰ ਸਮਰੱਥਾ ਨੂੰ ਲੜੀ ਬੰਧਨ ਕਹਿੰਦੇ ਨੇ, ਜਿਸ ਨਾਲ ਇਹ ਵੱਡੀ ਸੰਖਿਆ ਵਿੱਚ ਅਣੂ ਬਣਾਉਂਦਾ ਹੈ ਜੀ। ਕਾਰਬਨ ਦੀ ਜਿਹੜੀ ਪ੍ਰਕਿਰਤੀ ਹੈ ਦੈਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਉਹਦੇ ਕਰਕੇ ਹੀ ਕਾਰਬਨ ਦੀ ਇੰਨੇ ਸਾਰੇ ਕੰਪਾਊਂਡਸ ਔਰ ਇੰਨੀਆਂ ਪ੍ਰੋਪਰਟੀਜ਼ ਹੈ। ਲੜੀ ਬੰਧਨ ਦੀ ਗੱਲ ਕਰਾਂਗੀ, ਕਾਰਬਨ ਵਿੱਚ ਦੋ ਹੀ ਹੋਰ ਪਰਮਾਣੂ ਨਾਲ ਬੰਧਨ ਬਣਾਉਣ ਦੀ ਵਿਚਿੱਤਰ ਸਮਰੱਥਾ ਨੂੰ ਆਪਾਂ ਲੜੀ ਬੰਧਨ ਕਹਿੰਦੇ ਹਾਂ, ਜਿਸ ਦੇ ਨਾਲ ਵੱਡੀ ਸੰਖਿਆ ਵਿੱਚ ਅਣੂ ਬਣਦੇ ਨੇ। ਤਿੰਨ ਪ੍ਰਕਾਰ ਦੇ ਲੜੀ ਬੰਧਨ ਸਾਡੇ ਕੋਲ ਹੁੰਦੇ ਨੇ, ਸਿੱਧੀਆਂ ਲੜੀਆਂ, ਸ਼ਾਖਿਤ ਜਿਹਨੂੰ ਆਪਾਂ ਬ੍ਰਾਂਚਡ ਚੇਨ ਕਹਿੰਦੇ ਹਾਂ, ਠੀਕ ਹੈ ਜੀ। ਕੀ ਕਹਿੰਦੇ ਆ? ਬ੍ਰਾਂਚਡ ਚੇਨ, ਠੀਕ ਹੈ। ਆ ਦੇਖੋ ਸਿੱਧੀਆਂ ਲੜੀਆਂ, ਜਸਟ ਇੱਕ ਸਿੰਪਲ ਇਹ ਬ੍ਰਾਂਚ ਕਾਰਬਨ ਦੇ ਨਾਲ ਕਾਰਬਨ। ਕਾਰਬਨ ਦੀ ਬੇਟਾ ਜੀ ਵੈਲੈਂਸੀ ਪੂਰੀ ਹੋਣੀ ਚਾਹੀਦੀ 4। ਬੰਦ ਲੜੀਆਂ ਜਿਹਨੂੰ ਆਪਾਂ ਕਹਿੰਦੇ ਕਲੋਜ਼ਡ ਜਾਂ ਫਿਰ ਸਾਈਕਲਿਕ, ਹੈ ਨਾ, ਠੀਕ ਹੈ ਨਾ। ਕਾਰਬਨ ਕਾਰਬਨ ਬੰਧਨ ਬਹੁਤ ਮਜ਼ਬੂਤ ਹੁੰਦੇ ਹਨ, ਇਸ ਲਈ ਇਹ ਸਥਾਈ ਹੁੰਦਾ ਹੈ। ਕਾਰਬਨ ਦੇ ਯੌਗਿਕਾਂ ਵਿੱਚ ਜਿਸ ਸੀਮਾ ਤੱਕ ਲੜੀ ਬੰਧਨ ਦਾ ਗੁਣ ਹੈ ਉਹ ਹੋਰ ਕਿਸੇ ਤੱਤ ਵਿੱਚ ਨਹੀਂ ਹੈ, ਇਹ ਤਾਂ ਸਾਨੂੰ ਪਤਾ ਹੀ ਹੈ। ਸਿਲੀਕਨ ਹਾਈਡਰੋਜਨ ਨਾਲ ਯੌਗਿਕ ਬਣਾਉਂਦਾ ਹੈ, ਜਿਨ੍ਹਾਂ ਵਿੱਚ 7 ਜਾਂ 8 ਪਰਮਾਣੂ ਤੱਕ ਲੜੀ ਹੁੰਦੀ ਹੈ, ਪਰ ਯੌਗਿਕ ਬਹੁਤ ਕਿਰਿਆਸ਼ੀਲ ਹਨ। ਇਹ ਕਾਰਨ ਹੈ ਕਿ ਕਾਰਬਨ ਦੇ ਯੌਗਿਕ ਬਹੁਤ ਮਾਤਰਾ ਵਿੱਚ ਮਿਲਦੇ ਹਨ। ਬੇਸਿਕਲੀ ਬੇਟਾ ਲੜੀ ਬੰਧਨ ਦੈਟ ਇਜ਼ ਵੈਰੀ ਇੰਪੋਰਟੈਂਟ ਇਨ ਦਿਸ ਕੇਸ, ਕਿ ਲੜੀ ਬੰਧਨ ਕਰਕੇ ਹੀ ਇਹਦੀ ਜਿਹੜੀ ਪ੍ਰੋਪਰਟੀ ਹੈ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਕਾਰਬਨ ਹੈ ਉਹ ਮਿਲਦੇ ਹਨ। ਕਾਰਬਨ ਪਰਮਾਣੂਆਂ ਵਿਚਕਾਰ ਕੇਵਲ ਇੱਕ ਹੈਰੇ ਬੰਧਨ ਨਾਲ ਜੁੜੇ ਕਾਰਬਨ ਦੇ ਯੌਗਿਕਾਂ ਨੂੰ ਸੰਤ੍ਰਿਪਤ ਯੌਗਿਕ ਕਹਿੰਦੇ ਹਨ। ਜੇ ਸਿੰਗਲ ਬੌਂਡ ਹੈ, ਜੇ ਕੀ ਹੈ? ਸਿੰਗਲ ਬੌਂਡ, ਦੇयर इज अ ਫਾਰਮੇਸ਼ਨ ਓਨਲੀ ਕੰਪਾਊਂਡ ਵਿਚ ਇਜ਼ ਨੋਨ ਐਜ਼ ਸੈਚੂਰੇਟਿਡ ਕੰਪਾਊਂਡ, ਜਿਹਨੂੰ ਆਪਾਂ ਸੰਤ੍ਰਿਪਤ ਯੌਗਿਕ ਕਹਿੰਦੇ ਆ। ਪਰ ਜੇ ਕਾਰਬਨ ਪਰਮਾਣੂਆਂ ਵਿਚਕਾਰ ਦੂਸਰੇ ਜਾਂ ਤੀਹਰੇ ਬੰਧਨ ਵਾਲੇ ਕਾਰਬਨ ਦੇ ਯੌਗਿਕ ਅਸੰਤ੍ਰਿਪਤ ਯੌਗਿਕ ਕਹਿੰਦੇ ਹਨ। ਮਤਲਬ ਜੇ ਡਬਲ ਬੌਂਡ ਹੈ ਜਾਂ ਫਿਰ ਕੀ ਹੈ ਟ੍ਰਿਪਲ ਬੌਂਡ, ਦੈਨ देयर इज अ ਫਾਰਮੇਸ਼ਨ ਆਫ ਕੀ ਕਹਿੰਦੇ ਜਿਹੜਾ ਬੌਂਡ ਹੈ ਜਿਹਨੂੰ ਆਪਾਂ ਕਹਿੰਦੇ ਅਨਸੈਚੂਰੇਟਿਡ ਕੰਪਾਊਂਡ, ਠੀਕ ਹੈ ਜੀ। ਅੱਗੇ ਗੱਲ ਕਰਾਂਗੇ ਆਈਸੋਮਰਸ ਦੀ, ਵੈਰੀ ਇੰਪੋਰਟੈਂਟ। ਹਜੇ ਤੱਕ ਆਪਾਂ ਭਿੰਨ ਰੂਪ ਦੀ ਗੱਲ ਕੀਤੀ ਸੀ, ਹੁਣ ਆਪਾਂ ਆਈਸੋਮਰਸ ਦੀ ਗੱਲ ਕਰਾਂਗੇ। ਆਈਸੋਮਰਸ ਕੀ ਹੁੰਦੇ ਨੇ? ਆਈਸੋਮਰਸ ਬੇਸਿਕਲੀ ਹੁੰਦੇ ਆ ਅਜਿਹੇ ਯੌਗਿਕ ਜਿਨ੍ਹਾਂ ਦੇ ਪਰਮਾਣੂ ਸੂਤਰ ਸਮਾਨ ਹੁੰਦਾ ਹੈ ਪਰੰਤੂ ਬਣਤਰ ਫਾਰਮੂਲੇ ਵੱਖਰੇ ਹੁੰਦੇ ਨੇ। ਦੇਖੋ ਪਰਮਾਣੂ ਸੂਤਰ ਕਿੱਦਾਂ ਸਮਾਨ ਹੁੰਦਾ ਹੈ? ਜੇ ਮੈਂ ਪੈਂਟੇਨ ਦੀ ਗੱਲ ਕਰਾਂ ਤੁਹਾਡੇ ਨਾਲ, ਪੈਂਟੇਨ ਦੀ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਪੈਂਟੇਨ ਨੂੰ ਆਪਾਂ ਇੱਦਾਂ ਲਿਖ ਸਕਦੇ ਹਾਂ ਜੀ, CH3 CH2 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 CH3। ਮਤਲਬ ਪੈਂਟੇਨ ਬੇਟਾ ਜੀ ਇੱਕ ਕੰਪਾਊਂਡ ਹੈ ਜਿਹਦੇ 'ਚ 5 ਕਾਰਬਨ ਹੁੰਦੇ ਨੇ। ਮੈਂ ਕਿਹਾ ਤੁਸੀਂ ਹੋਰ ਕਿਸੇ ਗੱਲ ਨਾਲ ਮਤਲਬ ਨਾ ਰੱਖੋ, ਤੁਸੀਂ ਇਹ ਕਹਿ ਦਿਓ ਕਿ ਕਾਰਬਨ ਦੀ ਵੈਲੈਂਸੀ ਤੁਸੀਂ ਪੂਰੀ ਕਰਨੀ ਹੈ, ਯਾਨੀ ਆਹ ਕਾਰਬਨ ਦੀ ਵੈਲੈਂਸੀ 1 ਹੈ ਤਾਂ ਇਹਦੇ ਨਾਲ ਆ ਜੀ 4, ਇਹਦੀ 4, ਇਹਦੀ 4, ਇਹਦੀ 4 ਤੇ ਇਹਦੀ 4। ਅੱਛਾ ਜੀ, ਆਈਸੋਪੈਂਟੇਨ, ਆਈਸੋਪੈਂਟੇਨ ਕੀ ਹੈ ਜੀ? ਆ ਕਾਰਬਨ, ਠੀਕ ਹੈ ਜੀ, ਇੱਥੇ ਲੱਗ ਗਏ, ਠੀਕ ਹੈ। ਨੀਓਪੈਂਟੇਨ, ਨੀਓਪੈਂਟੇਨ ਕੀ ਹੈ ਜੀ? ਆ ਕਾਰਬਨ ਦੋਨੋਂ ਉੱਤੇ ਲੱਗ ਗਏ, ਠੀਕ ਹੈ। ਹਾਂ ਬਿਲਕੁਲ ਠੀਕ ਹੈ, ਚਲੋ ਠੀਕ ਹੈ ਜੀ। ਹਾਂ ਆ ਦੇਖੋ, ਠੀਕ ਹੈ, ਆ ਲਓ, ਆ ਦੇਖੋ ਸਾਰੇ ਵੈਲੈਂਸੀਜ਼ ਪੂਰੀ ਕਰਤੀ। ਮਤਲਬ ਦੇਖੋ ਜੀ ਜੇ ਤੁਸੀਂ ਗਿਣੋ ਤੇ ਨੰਬਰ ਆਫ ਕਾਰਬਨਸ ਉਨੇ ਹੀ ਹੈ ਤੇ ਨੰਬਰ ਆਫ ਹਾਈਡਰੋਜਨਸ ਵੀ ਉਨੇ ਹੈ। ਚੇਂਜ ਕੀ ਹੋਇਆ? ਚੇਂਜ ਹੋ ਗਿਆ ਉਹਨਾਂ ਦਾ ਸਟਰਕਚਰ, ਠੀਕ ਹੈ। ਉਹਨਾਂ ਦੀ ਜਿਹੜੀ ਬਣਤਰ ਹੈ ਉਹ ਚੇਂਜ ਹੋ ਗਈ। ਮਤਲਬ ਅਜਿਹੇ ਯੌਗਿਕ ਜਿਨ੍ਹਾਂ ਤੇ ਪਰਮਾਣੂ ਸੂਤਰ ਸਮਾਨ ਹੁੰਦਾ ਹੈ ਪਰੰਤੂ ਪਰਮਾਣੂ ਬਣਤਰ ਕੀ ਹੁੰਦੀ ਹੈ? ਵੱਖਰੀ ਹੁੰਦੀ ਹੈ, ਠੀਕ ਹੈ ਜੀ। ਅੱਗੇ ਸੰਤ੍ਰਿਪਤ ਅਸੰਤ੍ਰਿਪਤ ਦੀ ਥੋੜ੍ਹੀ ਜਿਹੀ ਗੱਲ ਮੈਂ ਤੁਹਾਡੇ ਨਾਲ ਕਰ ਚੁੱਕੀ ਹਾਂ ਕਿ ਸੰਤ੍ਰਿਪਤ ਕਾਰਬਨ ਯੌਗਿਕ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਮੌਜੂਦ ਸਾਰੇ ਕਾਰਬਨ ਪਰਮਾਣੂ ਇੱਕ ਦੂਜੇ ਸਿੰਗਲ ਬੌਂਡ ਦੇ ਨਾਲ ਲੱਗੇ ਹੁੰਦੇ ਹਨ, ਜਿਨ੍ਹਾਂ ਨੂੰ ਆਪਾਂ ਸੈਚੂਰੇਟਿਡ ਹਾਈਡਰੋਕਾਰਬਨਸ ਵੀ ਕਹਿ ਦਿੰਦੇ ਹਾਂ। ਪਰ ਜੇ ਮੈਂ ਡਬਲ ਟ੍ਰਿਪਲ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਜੀ? ਅਨਸੈਚੂਰੇਟਿਡ ਹਾਈਡਰੋਕਾਰਬਨ, ਠੀਕ ਹੈ ਜੀ। ਇਹਦੇ ਵਿੱਚ ਮੈਂ ਤੁਹਾਡੇ ਨਾਲ ਸਭ ਤੋਂ ਪਹਿਲੇ ਗੱਲ ਕਰਨਾ ਚਾਹੁੰਦੀ ਹਾਂ ਕਿ ਕਿੱਦਾਂ ਅਸੀਂ ਲੜੀ ਬਣਾਈ ਜੀ। ਕਾਰਬਨ ਅਤੇ ਹਾਈਡਰੋਜਨ ਦੇ ਸੰਤ੍ਰਿਪਤ ਯੌਗਿਕਾਂ ਦੇ ਸੂਤਰ ਦੀ ਚਰਚਾ ਆਪਾਂ ਕਰਨ ਜਾ ਰਹੇ ਹਾਂ। ਬੇਟਾ ਜੀ ਇਹ ਤੁਸੀਂ ਯਾਦ ਰੱਖਣਾ ਹੈ ਕਿ ਜਿੱਥੇ ਇੱਕ ਕਾਰਬਨ ਹੈ ਉੱਥੇ ਆਪਾਂ ਲਿਖਣਾ ਹੈ ਮਿਥ। ਕੀ ਲਿਖਣਾ ਜੀ? ਮਿਥ। ਜੇ 2 ਕਾਰਬਨ ਹੈ ਤਾਂ ਉੱਥੇ ਆਪਾਂ ਲਿਖਣਾ ਇਥ। ਜੇ 3 ਕਾਰਬਨ ਹੈ ਤਾਂ ਉੱਥੇ ਆਪਾਂ ਲਿਖਣਾ ਪ੍ਰੋਪ। 4 ਕਾਰਬਨ ਹੈ ਤਾਂ ਉੱਥੇ ਆਪਾਂ ਲਿਖਣਾ ਬਿਊਟ। 5 ਕਾਰਬਨ ਹੈ ਤਾਂ ਉੱਥੇ ਆਪਾਂ ਲਿਖਣਾ ਪੈਂਟ। 6 ਕਾਰਬਨ ਹੈ ਤਾਂ ਉੱਥੇ ਆਪਾਂ ਲਿਖਣਾ ਹੈਗਸ। ਔਰ ਸਿਮਿਲਰਲੀ ਆ ਦੇਖੋ ਜੀ ਇਹਨਾਂ ਦੀ ਰਚਨਾ ਕੀਤੀ ਹੈ। ਦੇਖੋ ਜੀ ਮੀਥੇਨ, ਈਥੇਨ, ਪ੍ਰੋਪੇਨ, ਬਿਊਟੇਨ, ਪੈਂਟੇਨ, ਹੈਗਜ਼ੇਨ। ਬੇਟਾ ਜੀ ਜਦੋਂ ਸਿੰਗਲ ਕਾਰਬਨ ਹੈ, ਸਿੰਗਲ ਬੌਂਡ ਹੈ, देयर इज अ एन लगता है मगर ANE, यानी जे ਇੱਕ ਕਾਰਬਨ ਮਿਥ ਤੇ ਸਾਰੇ ਸਿੰਗਲ ਬੌਂਡ ਹੈ ਤੇ ਕੀ ਲੱਗੇਗਾ? ਮੀਥੇਨ, ਯਾਨੀ ਉਹਦਾ ਨਾਮ ਕੀ ਹੋ ਜਾਏਗਾ? ਮੀਥੇਨ। ਜੇ 2 ਕਾਰਬਨ ਹੈ ਤੇ ਇਥ ਪਰ ਉਹਦੇ ਸਾਰੇ ਕਾਰਬਨ 'ਚ ਸਿੰਗਲ ਬੌਂਡ ਹੈ, ਇਹਦਾ ਮਤਲਬ ਕੀ ਲੱਗੇਗਾ? ਈਥੇਨ। ਇੱਦਾਂ ਹੀ ਜੀ ਮਿਥੇਨ, ਈਥੇਨ, ਪ੍ਰੋਪੇਨ, ਪੈਂਟੇਨ, ਬਿਊਟੇਨ,
ਔਰ ਹੈਗਜ਼ੇਨ ਦੀ ਗੱਲ ਆਪਾਂ ਕਰ ਸਕਦੇ ਹਾਂ। ਨੰਬਰ ਆਫ ਕਾਰਬਨ ਇਨਕਰੀਜ਼ ਹੋਈ ਜਾ ਰਿਹਾ ਤਾਂ ਤੁਹਾਡਾ ਜਿਹੜਾ ਆ ਨਾਮ ਵੀ ਹੈ ਉਹ ਬਦਲੀ ਜਾ ਰਿਹਾ। ਠੀਕ ਹੈ ਜੀ, ਜੇ 3 ਕਾਰਬਨ ਹੈ ਤਾਂ ਪ੍ਰੋਪੇਨ ਲੱਗੇਗਾ, 3 ਕਾਰਬਨ ਹੈ ਤਾਂ ਕੀ ਲੱਗੇਗਾ, ਪ੍ਰੋਪੇਨ। ਠੀਕ ਹੈ ਜੀ ਸਟੂडेंट्स। ਚਲੋ ਜੀ ਅੱਗੇ ਅਸੰਤ੍ਰਿਪਤ ਹਾਈਡਰੋਕਾਰਬਨਸ ਦੀ ਗੱਲ ਕਰਦੇ ਹਾਂ। ਅਨਸੈਚੂਰੇਟਿਡ ਹਾਈਡਰੋਕਾਰਬਨਸ ਦੀ ਬੇਟਾ ਜੀ ਕਾਰਬਨ ਦੇ ਯੌਗਿਕ ਜਿਸ ਦੇ ਅਣੂਆਂ ਵਿੱਚ ਮੌਜੂਦ ਕੁਝ ਕਾਰਬਨ ਪਰਮਾਣੂ ਇੱਕ ਦੂਜੇ ਨਾਲ ਦੋਹਰਾ ਜਾਂ ਤੀਹਰਾ ਬੰਧਨ ਨਾਲ ਜੁੜੇ ਹੋਣ ਤਾਂ ਉਹਨਾਂ ਨੂੰ ਅਸੰਤ੍ਰਿਪਤ ਕਾਰਬਨ ਯੌਗਿਕ ਕਹਿੰਦੇ ਹਨ। ਠੀਕ ਹੈ ਜੀ, ਜੇ ਡਬਲ ਤੇ ਟ੍ਰਿਪਲ ਬੌਂਡ ਦੀ ਗੱਲ ਆ ਜਾਏ, ਕਿਹਦੀ ਗੱਲ ਆ ਜਾਏ, ਡਬਲ ਤੇ ਟ੍ਰਿਪਲ ਬੌਂਡ ਦੀ, ਤਾਂ ਫਿਰ ਆਪਾਂ ਕੀ ਕਹਿੰਦੇ ਆ ਕਿ ਦੇयर इज ਅ ਫਾਰਮੇਸ਼ਨ ਆਫ ਅਨਸੈਚੂਰੇਟਿਡ ਹਾਈਡਰੋਕਾਰਬਨਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਡਬਲ ਤੇ ਟ੍ਰਿਪਲ ਬੌਂਡ ਹੈ। ਆ ਦੇਖੋ ਜੀ ਉਹਦੀ ਫਾਰਮੇਸ਼ਨ ਉਹਨਾਂ ਨੇ ਕੀਤੀ ਈਥੀਨ। ਕੀ ਕੀਤੀ ਜੀ, ਈਥੀਨ। ਮਤਲਬ ਉਹਦੇ ਪਿੱਛੇ ਕੀ ਲੱਗੇਗਾ, ਈਥੀਨ। ਠੀਕ ਹੈ, ਜਿੱਦਾਂ ਕਿ ਦੇਖੋ ਆ ਕਾਰਬਨ ਹੈ, ਠੀਕ ਹੈ ਜੀ, ਆ ਕਾਰਬਨ ਦਾ ਇੱਕ ਸਿੰਗਲ ਸਾਨੂੰ ਪਤਾ ਜੀ ਟੋਟਲ ਕਾਰਬਨ 'ਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ, ਵੈਲੈਂਸ ਸ਼ੈਲ 'ਚ 4 ਇਲੈਕਟ੍ਰੋਨ ਹੁੰਦੇ ਨੇ। ਸਿਮਿਲਰਲੀ ਇੱਦਾਂ ਹੁਣ ਜਦੋਂ ਆਪਾਂ ਹਾਈਡਰੋਜਨ ਨਾਲ ਅਟੈਚ ਕੀਤੇ, ਹਾਈਡਰੋਜਨ ਦਾ ਇੱਕ ਇਲੈਕਟ੍ਰੋਨ ਆਇਆ। ਠੀਕ ਹੈ ਜੀ, ਹੁਣ ਦੇਖੋ ਆ ਹਾਈਡਰੋਜਨ ਦੀ ਵੈਲੈਂਸੀ ਪੂਰੀ ਹੋ ਗਈ, ਆ ਹਾਈਡਰੋਜਨ ਦੀ ਵੈਲੈਂਸੀ ਪੂਰੀ ਹੋ ਗਈ, ਆ ਹਾਈਡਰੋਜਨ ਦੀ ਪੂਰੀ ਹੋ ਗਈ, ਆ ਹਾਈਡਰੋਜਨ ਦੀ ਪੂਰੀ ਹੋ ਗਈ। ਹੁਣ ਜੇ ਮੈਂ ਕਾਰਬਨ ਦੀ ਗੱਲ ਕਰਾਂ, ਆ ਦੇਖੋ ਜੀ ਕਾਰਬਨ ਦੇ ਕਿੰਨੇ, 1 2 3 4 5 6 7 8 ਔਰ ਇੱਧਰ ਆਪਾਂ ਕਾਰਬਨ ਦੀ ਗੱਲ ਕਰੀਏ। ਠੀਕ ਹੈ ਨਾ ਬੇਟਾ ਜੀ, ਆਪਾਂ ਹੁਣ ਆ ਇੱਦਾਂ ਜਦੋਂ ਆਪਾਂ ਕਰ ਦਿੰਦੇ ਨਾ, ਦਿਸ ਇਜ਼ ਰੋਂਗ। ਕਿਉਂਕਿ ਤੁਸੀਂ ਕਨਫਿਊਜ਼ ਪਤਾ ਕਿੱਥੇ ਹੁੰਦੇ ਹੋ, ਤੁਸੀਂ ਹੁੰਦੇ ਹੋ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਕਾਰਬਨ ਨਹੀਂ ਜੀ, ਅਸੀਂ ਸਿੰਗਲ ਕਾਰਬਨ ਨੂੰ ਜਿਹੜਾ ਹੈ ਉਹ ਸੈਟੀਸਫਾਈ ਕਰਨਾ ਹੈ। ਤੇ ਉਸ ਟਾਈਮ ਤੇ ਆਪਾਂ ਕੀ ਕਰਾਂਗੇ, ਉਸ ਟਾਈਮ ਤੇ ਤੁਹਾਨੂੰ ਇਹ ਬਣਾਉਣਾ ਜਿਹੜਾ ਨਹੀਂ ਆਂਦਾ ਉਹਦਾ ਇਹੀ ਰੀਜ਼ਨ ਹੈ ਬੇਟਾ ਜੀ, ਜਿਹੜਾ ਤੁਹਾਨੂੰ ਇਹ ਬਣਾਉਣਾ ਨਹੀਂ ਆਂਦਾ ਕਿਉਂਕਿ ਤੁਸੀਂ ਕੀ ਗਲਤੀ ਕਰਦੇ ਹੋ, ਤੁਸੀਂ ਸੋਚਦੇ ਹੋ ਕਿ ਆਹ ਜਿਹੜਾ ਕਾਰਬਨ ਹੈ ਉਹਦੇ ਬੌਂਡ ਅਸੀਂ ਇਹਦੇ ਨਾਲ ਇਸ ਦੂਜੇ ਕਾਰਬਨ ਨਾਲ ਸੈਟੀਸਫਾਈ ਕਰਨੇ। ਨਹੀਂ ਜੀ, ਆ ਦੇਖੋ ਆ ਤੁਸੀਂ ਜਿਹੜਾ ਕਾਰਬਨ ਹੈ ਇੱਦਾਂ ਸੈਟੀਸਫਾਈ ਕਰਨਾ ਹੈ, ਯਾਨੀ 1 2 3 4 5 6 7 8 ਇਹ ਹਾਈਡਰੋਜਨ ਸੈਟੀਸਫਾਈ ਹੋ ਗਿਆ ਤੁਹਾਡਾ ਇੱਦਾਂ। ਠੀਕ ਹੈ ਜੀ, ਔਰ ਇੱਧਰਲਾ ਕਾਰਬਨ ਤੁਹਾਡਾ ਕਿੱਦਾਂ ਸੈਟੀਸਫਾਈ ਹੋਏਗਾ, ਇੱਧਰਲਾ ਕਾਰਬਨ ਤੁਹਾਡਾ ਕੀ ਹੋਏਗਾ, ਇੱਦਾਂ ਸੈਟੀਸਫਾਈ। ਠੀਕ ਹੈ ਜੀ, ਔਰ ਹਾਈਡਰੋਜਨ ਕਿੱਦਾਂ ਸੈਟੀਸਫਾਈ ਹੋਣਗੇ, ਆਪਣੇ 2 2 ਇਲੈਕਟ੍ਰੋਨਸ ਦੇ ਨਾਲ। ਇੱਥੇ ਇਲੈਕਟ੍ਰੋਨ, ਦਿਸ ਮੈਥਡ ਇਜ਼ ਰੋਂਗ। ਠੀਕ ਹੈ, ਕਿ ਇਹ ਇੱਦਾਂ ਤਾਂ ਤੁਹਾਡੇ ਕਾਰਬਨ ਦੇ ਕਿੰਨੇ ਇਲੈਕਟ੍ਰੋਨਸ ਹੋ ਗਏ, 1 2 3 4 5 6 7 8 9 10 11 12। ਠੀਕ ਹੈ, ਸੋ ਇੱਦਾਂ ਤੁਸੀਂ ਇਲੈਕਟ੍ਰੋਨ ਡਾਟ ਸਟਰਕਚਰ ਬਣਾਉਣਾ। ਬੇਸਿਕਲੀ ਦਿਸ ਇਜ਼ ਨੋਨ ਐਜ਼ ਇਲੈਕਟ੍ਰੋਨ ਡਾਟ ਸਟਰਕਚਰ। ਠੀਕ ਹੈ ਜੀ, ਅੱਗੇ ਮੈਂ ਗੱਲ ਕਰਾਂਗੀ ਫੰਕਸ਼ਨਲ ਗਰੁੱਪ ਦੀ, ਵਿਚ ਇਜ਼ ਵੈਰੀ ਇੰਪੋਰਟੈਂਟ। ਫੰਕਸ਼ਨਲ ਗਰੁੱਪ 'ਚ ਕੀ ਹੈ ਜੀ, ਕਾਰਬਨ ਦੂਜੇ ਹੋਰ ਤੱਤਾਂ ਜਿਵੇਂ ਕਿ ਹੈਲੋਜਨ, ਆਕਸੀਜਨ, ਨਾਈਟ੍ਰੋਜਨ, ਸਲਫਰ ਦੇ ਨਾਲ ਬੰਧਨ ਬਣਾਉਂਦਾ ਹੈ। ਹਾਈਡਰੋਕਾਰਬਨ ਲੜੀ ਵਿੱਚ ਇੱਕ ਤੱਤ ਜਾਂ ਇੱਕ ਤੋਂ ਵੱਧ ਹਾਈਡਰੋਜਨ ਨੂੰ ਇਸ ਪ੍ਰਕਾਰ ਵਿਸਥਾਪਿਤ ਕਰਦੇ ਹਨ ਕਿ ਕਾਰਬਨ ਦੀ ਸੰਯੋਜਕਤਾ ਪੂਰੀ ਤਰ੍ਹਾਂ ਰਹਿੰਦੀ ਹੈ। ਇਸ ਨੂੰ ਆਪਾਂ ਬਿਖਮ ਪਰਮਾਣੂ ਕਹਿੰਦੇ ਹਾਂ, ਹੈਟਰੋਐਟਮ ਬੇਟਾ ਜੀ। ਠੀਕ ਹੈ ਜੀ, ਇਹ ਬਿਖਮ ਪਰਮਾਣੂ ਅਤੇ ਇਹਨਾਂ ਦੇ ਸਮੂਹ ਇਹਨਾਂ ਯੌਗਿਕਾਂ ਵਿੱਚ ਉਪਸਥਿਤ ਹੁੰਦੇ ਹਨ, ਉਹਨਾਂ ਨੂੰ ਵਿਸ਼ੇਸ਼ ਗੁਣ ਪ੍ਰਦਾਨ ਕਰਦੇ ਹਨ। ਬੇਸਿਕਲੀ ਵੀ ਕਾਲ them ਫੰਕਸ਼ਨਲ ਗਰੁੱਪ, ਜਿਹੜੇ ਕਿ ਤੁਸੀਂ ਯਾਦ ਕਰਨੇ ਹੈ। ਠੀਕ ਹੈ ਜੀ, ਜਿੱਦਾਂ ਕਿ ClBr ਲੱਗੇ ਤਾਂ that is known as ਹੈਲੋ ਗਰੁੱਪ, ਔਰ ਜਿਹਦੇ ਲਈ ਆਪਾਂ ਯੂਜ਼ ਕਰਦੇ ਆ ਕਲੋਰੋ ਬ੍ਰੋਮੋਨ। ਠੀਕ ਹੈ, ਜੇ ਆਪਾਂ ਆਕਸੀਜਨ ਦੀ ਗੱਲ ਕਰੀਏ ਤਾਂ there is alcohol, aldehyde, ketone। ਅਲਕੋਹਲ ਦੀ ਬੇਟਾ ਜੀ ਜੇ ਮੈਂ ਗੱਲ ਕਰਾਂ ਤੇ ਅਲਕੋਹਲ ਲਈ ਫੰਕਸ਼ਨਲ ਗਰੁੱਪ ਲੱਗਾ ਜਾਂਦਾ ਹੈ OH, ਐਲਡੀਹਾਈਡ ਲਈ ਫੰਕਸ਼ਨਲ ਗਰੁੱਪ ਲੱਗਦਾ ਹੈ CHO ਤੇ ਕੀਟੋਨ ਲਈ ਫੰਕਸ਼ਨਲ ਗਰੁੱਪ ਲੱਗਦਾ ਦਿਸ ਵਨ। ਤੇ ਜੇ ਮੈਂ ਕਾਰਬੋਕਸਿਲਿਕ ਐਸਿਡ ਦੀ ਗੱਲ ਕਰਾਂ ਤਾਂ ਉਹਦੇ ਲਈ ਫੰਕਸ਼ਨਲ ਗਰੁੱਪ ਕਿਹੜਾ ਲੱਗਦਾ ਜੀ, ਉਹਦੇ ਲਈ ਫੰਕਸ਼ਨਲ ਗਰੁੱਪ ਲੱਗਦਾ ਬੇਸਿਕਲੀ COOH। ਠੀਕ ਹੈ ਜੀ, ਇਹ ਤੁਸੀਂ ਯਾਦ ਕਰਨੇ, ਯੂ ਹੈਵ ਟੂ ਲਰਨ ਥੀਸ। ਠੀਕ ਹੈ ਜੀ, ਇਹਨਾਂ ਨੂੰ ਲਰਨ ਕਰਨਾ ਹੈ ਫੰਕਸ਼ਨਲ ਗਰੁੱਪਸ ਨੂੰ। ਅੱਗੇ ਗੱਲ ਕਰਦੇ ਹਾਂ ਤੁਹਾਡੇ ਨਾਲ ਆਪਾਂ ਜੀ ਸਮਜਾਤੀ ਲੜੀ ਦੀ, ਯੋਗਿਕਾ ਦੀ ਅਜਿਹੀ ਲੜੀ ਜਿਸ ਵਿੱਚ ਕਾਰਬਨ ਵਿੱਚ ਸਥਿਤ ਹਾਈਡਰੋਜਨ ਦੀ ਇੱਕ ਪ੍ਰਕਾਰ ਦੀ ਕਿਰਿਆਤਮਕ ਸਮੂਹ ਵਿਸਥਾਪਿਤ ਕਰਦਾ ਹੈ, ਉਸ ਨੂੰ ਆਪਾਂ ਸਮਜਾਤੀ ਲੜੀ ਕਹਿੰਦੇ ਹਾਂ। ਜਿੱਦਾਂ ਕਿ ਲੜੀ ਦੇ ਸਮੂਹ ਮੈਂਬਰਾਂ ਦੀ ਇੱਕ ਹੀ ਸੂਤਰ ਨਾਲ ਲਿਖਿਆ ਜਾ ਸਕਦਾ ਹੈ। ਜਿੱਦਾਂ ਮੈਂ ਕਹਿੰਦੀ ਹਾਂ ਕਿ ਅਲਕੇਨਸ ਹੈ ਤਾਂ ਉਹਨਾਂ ਦਾ ਜਨਰਲ ਫਾਰਮੂਲਾ ਹੈ CnH2n+2। ਲੜੀ ਵਿੱਚ ਲਗਾਤਾਰ ਜਿਹੜਾ ਮੈਂਬਰ ਹੈ ਉਹ CH2 ਗਰੁੱਪ ਦੇ ਨਾਲ ਜਿਹੜਾ ਹੈ ਉਹ ਡਿਫਰ ਕਰਦਾ ਹੈ। ਬੇਟਾ ਜੀ ਦੇਖੋ ਹੁਣ ਜਿੱਦਾਂ ਮੈਂ ਕਹਿੰਦੀ ਹਾਂ ਮਿਥੇਨ ਲਿਖਣਾ ਹੈ, ਮਿਥੇਨ ਲਈ ਮੈਂ N1 ਭਰਦਾ, N1 ਹੋ ਗਿਆ ਤੇ CH2 × 2 4। ਜੇ ਮੈਂ N2 ਦੀ ਗੱਲ ਕਰਾਂ ਤੇ ਇਹ ਕੀ ਹੋ ਗਿਆ ਜੀ C2
2 to the 4 plus 2 that is C2H6। ਹੁਣ ਜੇ ਤੁਸੀਂ ਇਹਨਾਂ ਦੋਨਾਂ 'ਚ ਡਿਫਰੈਂਸ ਦੇਖੋ ਤੇ CH2 ਦਾ ਇਹਦਾ ਮਤਲਬ ਜਿਹੜੇ ਮੈਂਬਰ ਹੈ ਉਹ ਇੱਕ ਜਰਨਲ ਫਾਰਮੂਲੇ ਦੇ ਨਾਲ ਲਿਖੇ ਗਏ ਪਲੱਸ ਜਿਹੜੀ ਉਹ ਕਿਸ ਇਕਾਈ ਨਾਲ ਡਿਫਰ ਹੈ CH2 ਦੀ ਇਕਾਈ ਦੇ ਨਾਲ ਡਿਫਰ ਹੈ। ਚਲੋ ਜੀ ਅੱਗੇ ਗੱਲ ਕਰਦੇ ਆ ਕਾਰਬਨ ਯੌਗਿਕਾਂ ਦਾ ਨਾਮਕਰਨ ਜਿਹੜੀ ਮੈਂ ਤੁਹਾਨੂੰ ਪਹਿਲੇ ਹੀ ਦੱਸਤਾ ਹੈ ਕਿ ਰੂਟ ਸ਼ਬਦ ਕੀ ਹੈ ਮਿਥ ਇਥ ਪ੍ਰੋਪ ਬਿਊਟ ਪੈਂਟ ਹੈਗਜ਼ ਹੈਪਟ। ਜੇਕਰ ਅਗੇਤਰ ਹੈ ਤਾਂ ਤੁਸੀਂ ਕੀ ਕਰਨਾ ਜੀ ਇਹ ਬੰਧਨ ਸੰਤ੍ਰਿਪਤ ਹੈ ਐਨ ਲਾ ਦੇਣਾ ਜੀ ਐਨ ਠੀਕ ਹੈ ਜੀ ਐਨ ਨਾਰਮਲ ਠੀਕ ਹੈ ਐਨ ਠੀਕ ਹੈ ਜੀ। ਅੱਗੇ ਆ ਗਿਆ ਤੁਹਾਡਾ ਆ ਦੇਖੋ ਬੰਧਨ ਐਨ ਲਾ ਦੇਣਾ ਤੇ ਜੇ ਤੁਸੀਂ ਅਗੇਤਰ ਇਹ ਬੰਧਨ ਸੰਤ੍ਰਿਪਤ ਹੈ ਇਹ ਬੰਧਨ ਅਸੰਤ੍ਰਿਪਤ ਹੈ ਇਥੀਨ ਲਾ ਦੇਣਾ ਜਿੱਦਾਂ ਕਿ ਠੀਕ ਹੈ ਨਾ ਮਤਲਬ ਆਪਾਂ ਕਹਿ ਸਕਦੇ ਹਾਂ ਮਿਥੇਨ ਮਿਥੀਨ ਮਿਥਾਈਨ ਯਾਨੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਅਸੰਤ੍ਰਿਪਤ ਬੰਧਨ ਹੁੰਦਾ ਹੈ ਯਾਨੀ ਡਬਲ ਬੌਂਡ ਹੁੰਦਾ ਹੈ ਜੋ ਉੱਚ ਮੀਥੀਨ ਤੇ ਮਿਥਾਈਨ ਨਹੀਂ ਹੁੰਦੇ ਕਿਉਂਕਿ ਡਬਲ ਬੌਂਡ ਤੇ ਟ੍ਰਿਪਲ ਬੌਂਡ ਬਣਾਉਣ ਲਈ ਸਾਨੂੰ 2 ਕਾਰਬਨ ਚਾਹੀਦੇ ਹਨ। ਕਿੰਨੇ ਚਾਹੀਦੇ ਨੇ 2 ਕਾਰਬਨ ਠੀਕ ਹੈ ਜੀ ਕਿੰਨੇ ਕਾਰਬਨ ਚਾਹੀਦੇ ਨੇ 2 ਕਾਰਬਨ। ਸੋ ਇਸ ਲਈ ਜਸਟ ਦੇयर इज अ मीथेन ठीक है। ਉਸ ਤੋਂ ਬਾਅਦ ਅੱਗੇ ਗੱਲ ਕਰਾਂਗੇ ਇਥੇਨ ਇਥੀਨ ਇਥਾਈਨ ठीक है जी। ਇਹ ਕੀ ਹੈ ਜੀ ਸਾਡੇ ਕੋਲ ਡਬਲ ਬੌਂਡ है ना ਇਹਦੇ ਕੋਲ ਕੀ ਹੈ ਪ੍ਰੋਪ 'ਚ ਸਾਡੇ ਕੋਲ ਕੀ ਹੈ ਸਿੰਗਲ ਬੌਂਡ ਇਹਦੇ 'ਚ ਸਾਡੇ ਕੋਲ ਕੀ ਹੈ ਸਿੰਗਲ ਬੌਂਡ। ਜੇ ਮੈਂ ਪ੍ਰੋਪੀਨ ਦੀ ਗੱਲ ਕਰਾਂ ਤੇ ਇੱਥੇ ਸਾਡੇ ਕੋਲ ਕੀ ਹੈ ਡਬਲ ਬੌਂਡ ਤੇ ਜੇ ਮੈਂ ਪ੍ਰੋਪਾਈਨ ਦੀ ਗੱਲ ਕਰਾਂ ਤੇ ਇੱਥੇ ਸਾਡੇ ਕੋਲ ਕੀ ਹੈ ਟ੍ਰਿਪਲ ਬੌਂਡ। ਯਾਨੀ ਜੇ ਮੈਂ ਗੱਲ ਕਰਾਂ ਇੱਥੇ ਲੱਗਦਾ ਜੀ ਏਨ ਠੀਕ ਹੈ ਜੀ ਇੱਥੇ ਕੀ ਲੱਗਦਾ ਆ ਹੈ ਈਨ ਔਰ ਇੱਥੇ ਕੀ ਲੱਗਦਾ ਆਇਨ ठीक है जी। इदा ही तुसी सारे नोट कर सकते हो ब्यूटली ब्यूटेन ब्यूटीन ब्यूटाइन बट मिथेन च तुसी कन्फ्यूज नहीं होना। अगे किरियात्मक जे मैं समूहकरण का नाम करा तो जे तो देखो जी हैलोजन ग्रुप अगेतर च लगे ने ते हमेशा आपां नूं ये अगेतर च ही लगते हैं तो इनू आपां लिखते हैं क्लोरोप्रोपेन ब्रोमोप्रोपेन। एन क्यों लिखा क्योंकि सारे सिंगल बॉन्ड सी। प्रोप क्यों लिखा क्योंकि नंबर ऑफ कार्बन कितने सी 1 2 3 ठीक है। सिमिलरली अल्कोहल की गल करांगे तो ओल लगता है जी अल्कोहल हमेशा पिछेतर लगता है दैट इज 3 हैगे ने प्रोप ठीक है जी सारे सिंगल बॉन्ड है पर ये पिछे हुण साडे को की लगा जी ओल प्रोपेनोल। ओल क्यों लगा क्योंकि साडे को जिहड़ा किरियात्मक समूह सी जां फंक्शनल ग्रुप सी वो किहड़ा सी अल्कोहल। इदां ही बेटा जी एल्डिहाइड की गल करांगे कि साडे को फंक्शनल ग्रुप किहड़ा एल्डिहाइड वो भी कित्थे लगदा जी पिछेतर च एल च जिन्हों आपां की कहते हैं प्रोपेनल। कीटोन की गल करांगे तो उहदे लई लगदा जी ओन वो भी पिछेतर च लगदा है प्रोपेनोन। एक गल मेरी याद रखियो सिर्फ क्लोरीन ते ब्रोमीन जिहड़ा है ना वो की लगता जी क्लोरोप्रोपेन जिहड़ा है क्लोरीन ते ब्रोमीन वो सिर्फ एज अ अगेतर लगता है बाकी तकरीबन सारे फंक्शनल ग्रुप पिछेतर विच ही लगते हैं ठीक है जी। जिद्दां आपां ये कह दिंदे आयनिक एसिड ओइक एसिड कार्बोक्सिलिक एसिड लिए आपां ओइक ला दिंदे हां प्रोपेनोइक एसिड ठीक है जी। सिंगल बॉन्ड मैं तुहानूं दसदा जी डबल बॉन्ड लिए की लगता जी ईन ते सिंगल बॉन्ड लिए की लगता है जी आयन ठीक है। ओके डियर स्टूडेंट्स चलो जी अगे अगर आपां लड़ी दा नेमिंग दी गल करिए तो सब तो पहले तुसी नाम किद्दां देना है। सब तो पहले जी तुसी जी सब तो जिहड़ी वड्डी हैगी है वो तुसी चेन है उन्होंने नाम देना है। दूजी गल जिद्दां हुण देखो इत्थे नंबर ऑफ कार्बन किन्ने 1 2 3 4 5 1 2 3 4 5 ठीक है। तो आ देखो जी मैं नाम दिता जी मैं इधरों नाम देता 1 2 3 4 1 2 3 4 ठीक है। पर जिधर क्रियात्मक जिधर समूह ज़्यादा है जिधर मतलब जिधर साडा ग्रुप लगा होया है उधरों असी उन्होंने प्रैफरेंस देनी है। प्रैफरेंस का मतलब की हो गया कि जे मैं इधरों नाम दिता 1 2 3 तो जिहड़ा ग्रुप है उन्होंने 3 नंबर मिलिया पर जे मैं इधरों नाम दिता तो ग्रुप नूं कितना नंबर मिलिया 2। सो असी उन्होंने प्रैफरेंस देनी है कि किधरों उन्होंने छेती नंबर मिलता है इसलिए इन्होंने इधरों छेती नंबर मिलिया। ये साडा किहड़ा ग्रुप है आ हुंदा जी मीथेन। तुसीं इहदे चों एक H माइनस कर दो ये बन जाता जी मीथाइल ठीक है जी। की बन जाता मीथाइल तो यदा नाम की हो गया जी 2 मिथाइल ब्यूटेन
ठीक है जी। ऐदा ही असी दोहरे तो तेरे बंधन नूं भी प्रैफरेंस देनी है। जिद्दां हुण देखो देखो मैं इधर चेन नूं नाम दिता 4 पर इत्थे साडे दोहरे बंधन नूं कितना नंबर मिलिया 3 है ना। इधरों देखिए पर जे आपां इनू 1 नंबर दईए तो साडे दोहरे बंधन नूं कितना नंबर मिल गया जी 1। साडे दोहरे बंधन नूं कितना नंबर मिल गया 1। हुण देखो जी तीजे ग्रुप ते की है जी मिथाइल, ठीक है 3 मिथाइल। तीजे ते की है 3 मिथाइल 1 ब्यूटीन। ब्यूट क्यों लगा किन्ने कार्बन है 4 गिनो जी 1 2 3 4। ते ईन क्यों लगा क्योंकि देयर इज अ फॉर्मेशन ऑफ डबल बॉन्ड। किहदी फॉर्मेशन है डबल बॉन्ड। चलो जी कामन फॉर्मूले की गल करिए विस्थापन की स्थिति विस्थापक का नाम शब्द रूट ते अगेतर, ठीक है ना। जे तुसी एक कॉमन फार्मूला बनाना चाहते हो कि तुसी किद्दां नाम देने हैं तो तुसी इदां दे सकते हो कि विस्थापक की स्थिति मतलब विस्थापक का नाम शब्द रूट ते अगेतर, ठीक है जी। हुण आपां गल करते हैं डाई अते ट्राई अगेतर के प्रयोग की। हुण देखो जी जेकर कार्बन लड़ी विच एक जां एक तो वध एल्काइल ग्रुप होण तां उसदी स्थान ते वक्खो वक्खरे स्थान उत्ते होण तां ओह 2 ਲਈ डाई अते 3 ਲਈ ट्राई का उपयोग कर सकते हैं। जिद्दां हुण देखो बेटा जी आपां नाम दिता 1 2 3 4 इत्थे 2 मिथाइल ग्रुप है तां आपां की नाम याद कर सकते हैं 2 3 डाई मिथाइल, ठीक है जी। डाई मिथाइल ब्यूटेन। ब्यूटेन क्यों 4 एन क्यों सारे सिंगल बॉन्ड है। ऐदा ही जी देखो इत्थे 2 है 2 ते 2 मिथाइल ग्रुप है ते 4 ते 1 है। फिर आपां की यूज कर सकते हैं 2 2 4 ट्राई मिथाइल पेंटेन। पेंटेन असी क्यों नाम दिता क्योंकि वी हैव अ 5 कार्बन। एन क्यों नाम दिता क्योंकि सारे सिंगल बॉन्ड है। और मिथाइल ग्रुप केड़ी केड़ी पोजीशन ते है 2 2 ते 4। इत्थे मिथाइल ग्रुप केड़ी पोजीशन ते है 2 ते 3 ते, ठीक है बेटा जी। इदां ही कार्बन के रसायनिक यौगिक गुण काफ़ी ने जिद्दां कि ये काफ़ी क्रियावां शो करता है बलन ऑक्सीकरण जोड़ात्मक क्रिया प्रतिस्थापन क्रिया। इन्हां क्रिया नूं तुसी अपनी जिहड़ी है बुक्स तो देख सकते हो और इन्हां दी एग्जांपल्स नूं तुसी नोट कर सकते हो। जोड़ात्मक प्रतिक्रिया बेसिकली एडिशन रिएक्शन है ना। मतलब ऑक्सीकरण ऑक्सीडेशन है और ये बेटा जी कोई पॉइंट्स बहुत इंपॉर्टेंट है कि सब तो जो ऑक्सीडाइजिंग एजेंट है वो किहड़ा यूज करते हैं आपां वो तुसी नोट कर सकते हो। जिद्दां कि KMNO4 यूज करते हैं जिन्हों आपां कहने दिस इज K2Cr2O7 ये आपां एज अ ऑक्सीडाइजिंग एजेंट जिहड़े आपां यूज कर सकते हैं। पोटाशियम परमैंगनेट और इनू आपां कहने पोटाशियम डाइक्रोमेट। उस तो बाद जी ये काफ़ी महत्वपूर्ण जिहड़े है यौगिक है इथेनॉल या इथेनोइक एसिड और इथेनोइक तेजाब। और ये आपां बेसिकली जिहड़ियां इहदियां रिएक्शनस है वो कर सकते हैं। जिहड़ी सब तो इंपॉर्टेंट रिएक्शन है अस्टैरिफिकेशन रिएक्शन जिन्हों तुसी काफ़ी डिटेल च अपनी बुक च पढ़ना है। और इस तो बाद जिहड़ा इस चैप्टर दे विच लास्ट टॉपिक है वो कार्बन का यही है कि वो साबन अते मैल नवैरक दी जिहड़ी है किद्दां आपां सोप जिहड़ा है अपना क्लिनजिंग एक्शन करता है। ते आपां गल करदे हुंदे आ कि आ कपड़े ते तेल दी बूंद है ते आ जी सोप दे जिहड़े स्ट्रक्चर हुंदा है बेसिकली आपां कह सकदे आ कि ओहदा जिहड़ा आयनिक भाग है वो पानी दे नाल कंबाइन कर जाता है ते जिहड़ा ओहदी हाइड्रोकार्बन चेन है जिहड़ी कि आपां कह दिंदे आ कि हाइड्रो जिहड़ी फोबिक पार्ट है ना दिस इज वाटर लविंग पार्ट वो पानी दे नाल अटैच कर जाएगा ते दिस इज हाइड्रोकार्बन चेन जो डर्ट दे नाल अटैच कर जाएगी और ये डर्ट नूं इदां करेगी कि ये डर्ट टुट जाएगी। और ये जिहड़ी रचना है इनू आपां कहने मीसल फॉर्मेशन या मिसेल फॉर्मेशन जिद्दां जिन्हों कंफर्टेबल लगता वो कह सकता है, ठीक है। और ये मिसेल फॉर्मेशन के नाल ही जिहड़ा कपड़े का क्लिनजिंग एक्शन होंदा है इस मेन गल सिर्फ एक ही समझण वाली है कि जिहड़ा वाटर लविंग पार्ट है वो पानी दे नाल अटैच हो जाता है ते जिहड़ा वाटर हाइड्रोफोबिक पार्ट है वो डस्ट दे नाल जिहड़ा है जां डर्ट दे नाल अटैच होके एक फॉर्मेशन करता है जिन्हों आपां मीसल फॉर्मेशन कहने आ। दिस इज बेसिकली जिहदे नाल पानी का जिहड़ा क्लिनजिंग एक्शन ऑफ सोप हुंदा है। इहदे नाल आपां इहनूं कई वारी हार्ड वाटर्स दे विच जिद्दां सोप नहीं कामयाब ते असीं डिटर्जेंट्स दी भी वरतों करदे हां, ठीक है डियर स्टूडेंट्स। दिस इज योर ओवरव्यू ऑफ कार्बन एंड इट्स कंपाउंड वेरी इंपॉर्टेंट चैप्टर हर एग्जामिनेशन पॉइंट ऑफ द व्यू दे नाल।
ਔਰ ਹੋਪ ਕਰਦੀ ਹਾਂ ਕਿ ਤੁਹਾਨੂੰ ਇਹ ਚੈਪਟਰ ਜਿਹੜਾ ਹੈ ਉਹ ਸਮਝ ਆਇਆ ਹੋਏਗਾ। NTSC ਅਸਾਈਨਮੈਂਟਸ ਤੁਹਾਡੀਆਂ ਚੱਲ ਰਹੀਆਂ ਹੈ। ਕੱਲ ਆਪਾਂ ਇਹਦੇ MCQs ਡਿਸਕਸ ਕਰਾਂਗੇ। ਮਿਲਦੇ ਹਾਂ ਤੁਹਾਨੂੰ ਅਗਲੇ ਲੈਕਚਰ 'ਚ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ ਡੀਅਰ ਸਟੂਡੈਂਟਸ।